ਤਾਂ ਦੋਸਤੋ ਸਾਰਿਆਂ ਦਾ ਸਵਾਗਤ ਹੈ। ਤੁਹਾਡਾ ਆਪਣਾ ਚੈਨਲ ਹੈ ਐਗਜ਼ਾਮ ਕੇਅਰ 14। ਇਹ ਚੈਨਲ ਬਿਲਕੁਲ ਫ੍ਰੀ ਦੇ ਵਿੱਚ ਤੁਹਾਨੂੰ ਸਾਰਾ ਮਟੀਰੀਅਲ ਪ੍ਰੋਵਾਈਡ ਕਰਵਾ ਰਿਹਾ ਹੈ ਜੋ ਮਾਸਟਰ ਕੈਡਰ ਦੇ ਨਾਲ ਸੰਬੰਧਿਤ ਸਾਡੀਆਂ ਪੋਸਟਾਂ ਨੇ 2022 ਦੀਆਂ। ਇਹਦੇ ਵਿੱਚ ਸਾਡੇ ਚੈਨਲ 'ਤੇ ਕੋਈ ਵੀ ਪਬਲਿਸ਼ ਜਾਂ ਕੁਛ ਇਹੋ ਜਿਹੀ ਪਬਲਿਸਿਟੀ ਦੀ ਗੱਲ ਨਹੀਂ ਹੈਗੀ। ਸਿਰਫ ਇਹ ਇੱਕ ਉਪਰਾਲਾ ਹੈ ਉਹਨਾਂ ਬੱਚਿਆਂ ਦੇ ਲਈ ਜਿਹੜੇ ਬੱਚੇ ਜਾਂ ਭੈਣ ਭਰਾ ਕੋਚਿੰਗ ਸੈਂਟਰ ਅਫੋਰਡ ਨਹੀਂ ਕਰ ਸਕਦੇ, ਜਿਨ੍ਹਾਂ ਦੇ ਕੋਲ ਕੋਚਿੰਗ ਸੈਂਟਰ ਦੇ ਲਈ ਇੰਨੇ ਪੈਸੇ ਨਹੀਂ ਹੈਗੇ ਜਾਂ ਟਾਈਮ ਨਹੀਂ ਹੈਗਾ। ਉਹਨਾਂ ਦੀ ਤਿਆਰੀ ਨੂੰ ਵਧੀਆ ਬਣਾਉਣ ਦੇ ਲਈ ਬਹੁਤ ਸੋਹਣੇ ਸੋਹਣੇ ਫੈਕਟ, ਇਹੋ ਜਿਹੇ ਫੈਕਟ ਜਿਹੜੇ ਪੇਪਰ ਦੇ ਨਾਲ ਸੰਬੰਧਿਤ ਨੇ ਉਹ ਆਪਾਂ ਲੈ ਕੇ ਡੇਲੀ ਹਾਜ਼ਰ ਹੁੰਦੇ ਹਾਂ। ਅਤੇ ਸਾਡਾ ਜਿਹੜਾ ਟਾਈਮ ਹੈ ਉਹ ਹੈਗਾ 7 ਵਜੇ ਤੋਂ ਲੈ ਕੇ 9 ਵਜੇ ਤੱਕ ਡੇਲੀ ਆਪਾਂ ਲਾਈਵ ਕਲਾਸ ਸ਼ੁਰੂ ਕਰਦੇ ਹਾਂ। 7 ਵਜੇ ਹਿਸਟਰੀ ਦੀ ਲਾਈਵ ਕਲਾਸ ਹੁੰਦੀ ਹੈ ਅਤੇ 9 ਵਜੇ ਆਪਣੀ ਪੋਲਟੀ ਦੀ ਲਾਈਵ ਕਲਾਸ ਹੁੰਦੀ ਹੈ। ਅਤੇ ਜੇਕਰ ਤੁਸੀਂ ਲਾਈਵ ਕਲਾਸ ਅਟੈਂਡ ਕਰਨੀ ਹੈ, ਚੈਨਲ ਵੀ ਸਬਸਕ੍ਰਾਈਬ ਨਹੀਂ ਕਰਨਾ, ਫਿਰ ਵੀ ਤੁਸੀਂ ਲਾਈਵ ਅਟੈਂਡ ਕਰਨਾ ਚਾਹੁੰਦੇ ਹੋ ਵੀ ਤੁਹਾਨੂੰ ਇਹ ਲੱਗਦਾ ਵੀ ਸ਼ਾਇਦ ਸਬਸਕ੍ਰਾਈਬ ਕਰਕੇ ਇਹ ਆਪਦੇ ਚੈਨਲ ਦੀ ਪਬਲਿਸਿਟੀ ਕਰ ਰਹੇ ਹੋਣਗੇ, ਤਾਂ ਤੁਸੀਂ ਇੱਕ ਚੀਜ਼ ਕਰ ਸਕਦੇ ਹੋ। ਡੇਲੀ ਸਰਚ ਕਰੋ ਹੈਸ਼ਟੈਗ RDTHARUA ਠਰੂਆ ਸਟੱਡੀ। ਇਹ ਸਰਚ ਕਰੋ ਯੂਟਿਊਬ ਦੇ ਉੱਪਰ, ਅਤੇ ਤੁਸੀਂ ਜਦੋਂ ਇਸ ਨੂੰ ਸਰਚ ਕਰੋਗੇ ਤਾਂ ਸਿਰਫ ਇੱਕ ਹੀ ਚੈਨਲ ਦਾ ਨਾਮ ਤੁਹਾਨੂੰ ਉੱਥੇ ਦਿਸੇਗਾ ਅਤੇ ਉਹਦੇ ਉੱਪਰ ਕਲਿੱਕ ਕਰਕੇ ਅਤੇ ਲਾਈਵ ਸੈਸ਼ਨ ਡੇਲੀ ਅਟੈਂਡ ਕਰ ਸਕਦੇ ਹੋ। ਰਿਕਾਰਡਿੰਗ ਕਲਾਸ ਵੀ ਤੁਹਾਡੀਆਂ ਯੂਟਿਊਬ ਦੇ ਉੱਪਰ ਹੈਗੀਆਂ ਨੇ, ਕੋਈ ਕਿਸੇ ਤਰ੍ਹਾਂ ਦਾ ਪੈਸਾ ਨਹੀਂ ਲਿਆ ਜਾਊਗਾ, ਕੋਈ ਪੇਡ ਵੀਡੀਓ ਨਹੀਂ ਹੈਗੀ, ਬਿਲਕੁਲ ਫ੍ਰੀ ਹੈ। ਤੁਸੀਂ ਵੱਧ ਤੋਂ ਵੱਧ ਇਸ ਨੂੰ ਦੇਖੋ ਅਤੇ ਆਪਦਾ ਫਾਇਦਾ ਲਵੋ। ਜਿਸ ਨੂੰ ਜ਼ਰੂਰਤ ਹੈ ਉਸ ਨੂੰ ਵੀ ਦੱਸੋ ਵੀ ਇਸ ਤਰ੍ਹਾਂ ਕਰਕੇ ਤੁਸੀਂ ਦੇਖ ਸਕਦੇ ਹੋ। ਤਾਂ ਚਲੋ ਅੱਜ ਆਪਾਂ ਸ਼ੁਰੂ ਕਰਦੇ ਹਾਂ। ਪਿਛਲੀ ਲਾਈਵ ਕਲਾਸ ਦੇ ਵਿੱਚ ਕੁਝ ਦਿੱਕਤ ਕਾਰਨ ਸਾਡੀ ਸਿੰਧੂ ਘਾਟੀ ਸੱਭਿਅਤਾ ਦੇ ਕੁਛ ਫੈਕਟ, ਕੁਛ ਪੁਆਇੰਟ ਜਿਹੜੇ ਉਹ ਰਹਿ ਗਏ ਸੀਗੇ। ਅੱਜ ਅਸੀਂ ਜ਼ਿਕਰ ਕਰਨਾ ਹੈ ਸਿੰਧੂ ਘਾਟੀ ਸੱਭਿਅਤਾ ਦਾ, ਅਤੇ ਕਾਫੀ ਬੱਚਿਆਂ ਦੇ ਪ੍ਰਸ਼ਨ ਰਹਿੰਦੇ ਨੇ ਇੱਥੇ ਵੀ ਇੱਥੋਂ ਕਿੱਥੋਂ ਕਿੱਥੋਂ ਪ੍ਰਸ਼ਨ ਬਣਦੇ ਨੇਗੇ, ਕਿੱਥੋਂ ਕਿੱਥੋਂ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ, ਕਿਵੇਂ ਅਸੀਂ ਵਧੀਆ ਤਰੀਕੇ ਦੇ ਨਾਲ ਸਿੰਧੂ ਘਾਟੀ ਸੱਭਿਅਤਾ ਦਾ ਜਿਹੜਾ ਹੈ ਉਹ ਚੀਜ਼ ਕਰੀਏ। ਸਭ ਤੋਂ ਪਹਿਲਾਂ ਆਪਾਂ ਇਹਦੇ ਉੱਪਰ ਗੱਲ ਕਰਦੇ ਹਾਂ ਸਿੰਧੂ ਘਾਟੀ ਸੱਭਿਅਤਾ ਦੇ ਉੱਪਰ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਇਹਦੇ ਬਾਰੇ ਚਰਚਾ ਦੇ ਵਿੱਚ ਰਹਿੰਦੀਆਂ ਨੇ, ਅਤੇ ਜਿਸ ਕਰਕੇ ਇਹ ਐਗਜ਼ਾਮ ਦੇ ਵਿੱਚ ਬਾਰ-ਬਾਰ ਪੁੱਛਿਆ ਜਾਂਦਾ। ਸਭ ਤੋਂ ਜਿਹੜੀ ਮਹੱਤਵਪੂਰਨ ਚੀਜ਼ ਆਪਾਂ ਨੂੰ ਉਲਝਾ ਕੇ ਰੱਖਦੀ ਹੈ ਇਹ ਗ੍ਰੇਟ ਬਾਥ ਅਤੇ ਅਨਾਜ ਭੰਡਾਰ ਬਾਰੇ। ਦੇਖੋ ਦੋਨੋਂ ਚੀਜ਼ਾਂ ਆਪਾਂ ਨੂੰ ਹੜੱਪਾ ਤੋਂ ਮਿਲੀਆਂ ਨੇ, ਲਗਭਗ ਮੋਹਨਜੋਦੜੋ ਤੋਂ ਆਪਾਂ ਨੂੰ ਜਿਹੜਾ ਹੈ ਵੱਡਾ ਇਸ਼ਨਾਨ ਘਰ ਪ੍ਰਾਪਤ ਹੋਇਆ। ਅਤੇ ਬਾਰ-ਬਾਰ ਇਹ ਪ੍ਰਸ਼ਨ ਪੁੱਛਿਆ ਜਾਂਦਾ ਗ੍ਰੇਟ ਬਾਥ ਕਿੱਥੇ ਹੈ, ਅਤੇ ਆਪਾਂ ਉਲਝ ਜਾਂਦੇ ਹਾਂ। ਅਤੇ ਜੇਕਰ ਵੱਡੀ ਇਮਾਰਤ ਦੀ ਗੱਲ ਕਰੀਏ ਤਾਂ ਅੰਨ ਭੰਡਾਰ ਸੀਗਾ, ਕਿਉਂਕਿ ਉਹ ਇਮਾਰਤ ਹੈ, ਅਤੇ ਗ੍ਰੇਟ ਬਾਥ ਦੇ ਵਿੱਚ ਉਲਝੇ ਹੋਣਾ ਇਹ ਇੱਕ ਬਾਥ ਹੈ, ਜਾਂ ਆਪਾਂ ਇਸ ਨੂੰ ਤਲਾਬ ਕਹਿ ਸਕਦੇ ਹਾਂ। ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਇਤਿਹਾਸਿਕ ਗੱਲਾਂ ਦੇ ਨਾਲ ਜੋੜ ਕੇ ਇੱਕ ਕਹਾਣੀ ਦੇ ਰੂਪ ਦੇ ਵਿੱਚ ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਅਤੇ ਉਮੀਦ ਕਰਦਾ ਕਿ ਵੀਡੀਓ ਦੇ ਅੰਤ ਤੱਕ ਬਣੇ ਰਹੋਗੇ। ਅਤੇ ਇੱਕ ਹੋਰ ਛੋਟੀ ਜਿਹੀ ਗੱਲ, ਕਿਸੇ ਵੀ ਵੀਡੀਓ ਦਾ, ਚਾਹੇ ਤੁਸੀਂ ਮੇਰੀ ਦੇਖ ਰਹੇ ਹੋ ਚਾਹੇ ਕਿਸੇ ਵੀ ਚੈਨਲ 'ਤੇ, ਕਿਸੇ ਵੀ ਵੀਡੀਓ ਨੂੰ ਤੁਸੀਂ 1 ਜਾਂ 2 ਮਿੰਟ ਦੇਖ ਕੇ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਸ ਦੇ ਵਿੱਚ ਤੁਹਾਡੇ ਲਈ ਕੋਈ ਫਾਇਦੇਮੰਦ ਗੱਲ ਹੈ ਜਾਂ ਨਹੀਂ ਹੈ। ਵੀਡੀਓ ਨੂੰ ਪੂਰਾ ਦੇਖੋ, ਅਤੇ ਇੱਕ ਗਾਰੰਟੀ ਮੈਂ ਦੇ ਰਿਹਾ ਵੀ ਜੇਕਰ ਤੁਸੀਂ ਜਿਹੜੇ 40-45 ਮਿੰਟ, ਅੱਧਾ ਪੌਣਾ ਘੰਟਾ ਜਿਹੜਾ ਤੁਸੀਂ ਇਸ ਨੂੰ ਦਿਓਗੇ ਤਾਂ ਕੁਛ ਨਾ ਕੁਛ ਨਵਾਂ ਜ਼ਰੂਰ ਸਿੱਖ ਕੇ ਜਾਓਗੇ। ਚਲੋ ਅੱਜ ਅਸੀਂ ਸ਼ੁਰੂ ਕਰਦੇ ਹਾਂ ਸਿੰਧੂ ਘਾਟੀ ਸੱਭਿਅਤਾ। ਸਭ ਤੋਂ ਪਹਿਲਾਂ ਆਪਾਂ ਇਹਦੇ ਨਾਮ ਦੀ ਗੱਲ ਕਰ ਲੈਂਦੇ ਹਾਂ। ਇਹ ਜਿਹੜੀ ਤੁਸੀਂ ਪਿਕਚਰ ਦੇਖ ਰਹੇ ਹੋ, ਲਗਭਗ ਇਹ ਸਿੰਧੂ ਨਦੀ ਦੇ ਜਲ ਤੰਤਰ ਦੀ ਜਿਹੜੀ ਹੈ ਜਾਂ ਸਿੰਧੂ ਘਾਟੀ ਸੱਭਿਅਤਾ ਦੇ ਖੇਤਰਾਂ ਦੀ ਲਗਭਗ ਇਹ ਪਿਕਚਰ ਹੈ। ਕਿੱਥੋਂ ਕੀ ਕੁਛ ਸੀਗਾ, ਕਿੱਧਰੋਂ ਇਹ ਲੋਕ ਐਂਟਰੀ ਕਰੇ, ਕਿਵੇਂ ਇਹਨਾਂ ਨੇ ਵਿਕਾਸ ਕੀਤਾ, ਕਿੱਥੇ ਕੁਛ ਕਾਫੀ ਚੀਜ਼ਾਂ ਨੇ ਜਿਹੜੀਆਂ ਆਪਾਂ ਇਹਦੇ ਵਿੱਚ ਜਾਣ ਸਕਦੇ ਹਾਂ। ਅਤੇ ਇਸ ਸੱਭਿਅਤਾ ਦਾ ਨਾਮ ਸਭ ਤੋਂ ਪਹਿਲਾਂ ਕਿਉਂ ਰੱਖਿਆ ਗਿਆ, ਹੜੱਪਾ ਕਿਉਂ ਰੱਖਿਆ ਗਿਆ, ਸਿੰਧੂ ਘਾਟੀ ਕਿਉਂ ਰੱਖਿਆ ਗਿਆ, ਸਰਸਵਤੀ ਕਿਉਂ ਰੱਖਿਆ ਗਿਆ, ਕਾਂਸਾ ਯੁੱਗ ਸੱਭਿਅਤਾ ਕਿਉਂ ਰੱਖਿਆ ਗਿਆ, ਇਹਨਾਂ ਦੇ ਉੱਪਰ ਗੱਲ ਬਣਦੀ ਹੈ, ਚਰਚਾ ਕਰਨ ਵਾਲੀ ਬਣਦੀ ਹੈ। ਅਤੇ ਇੱਕ ਛੋਟੀ ਜਿਹੀ ਗੱਲ ਇਹ ਹੁੰਦੀ ਹੈ ਵੀ ਕਾਫੀ ਜਿਹੜੇ ਐਗਜ਼ਾਮੀਨਰ ਨੇ ਬਾਰ-ਬਾਰ ਪ੍ਰਸ਼ਨ 1-2 ਥਾਵਾਂ ਤੋਂ ਹੀ ਪੁੱਛ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇੱਕ ਨਾ ਆਪਣੀ ਪੜ੍ਹਾਈ ਹੁੰਦੀ ਹੈ ਡੀਪਲੀ ਜਾਣਾ। ਡੀਪਲੀ ਜਾ ਕੇ ਤੁਸੀਂ ਵਾਪਸ ਆਓਗੇ ਤਾਂ ਸਾਰਾ ਕੁਛ ਖਤਮ ਹੋ ਜਾਂਦਾ ਹੈ। ਤਾਂ ਕੋਸ਼ਿਸ਼ ਕਰੋ ਕਿ ਡੀਪਲੀ ਜਾਣ ਦੇ ਨਾਲ ਨਾਲ ਪੈਰਲਲ ਵੀ ਪੜ੍ਹੋ, ਆਸੇ ਪਾਸੇ ਦੀਆਂ ਚੀਜ਼ਾਂ ਵੀ ਉਹਦੀਆਂ ਦੇਖੋ, ਤਾਂ ਕਿ ਸਿੰਧੂ ਘਾਟੀ ਨੂੰ ਜਾਣਦੇ ਹੋਏ ਆਪਾਂ ਆਸ-ਪਾਸ ਦੀਆਂ ਹੋਰ ਚੀਜ਼ਾਂ ਦੇ ਨਾਲ ਵੀ ਅਟੈਚ ਹੋ ਸਕੀਏ। ਅਤੇ ਕਮਾਲ ਦੀ ਗੱਲ ਇਹ ਹੈ ਇਹਦੇ ਵਿੱਚ ਕਿ ਆਪਾਂ ਦੇਖਿਆ ਕਿ ਲਗਭਗ 1826 ਦੇ ਵਿੱਚ ਇਹਦਾ ਜ਼ਿਕਰ ਹੋਣਾ ਸ਼ੁਰੂ ਹੋਇਆ। 1826 ਦੇ ਵਿੱਚ ਜ਼ਿਕਰ ਹੋਣਾ ਸ਼ੁਰੂ ਹੋਇਆ ਤਾਂ ਆਪਾਂ 1826 ਦੇ ਵਿੱਚ ਦੇਖੀਏ ਭਾਰਤ ਦੇ ਵਿੱਚ ਕੀ ਕੁਛ ਕੰਡੀਸ਼ਨ ਚੱਲ ਰਹੀ ਸੀਗੀ।
ਅੰਗਰੇਜ਼ਾਂ ਦਾ ਇੱਥੇ ਸ਼ਾਸਨ ਸੀਗਾ। ਲਗਭਗ ਆਪਾਂ ਕਹਿ ਦਈਏ ਬੰਗਾਲ ਦੇ ਵਿੱਚ ਗਵਰਨਰ ਸੀਗਾ ਕੋਈ, ਉਹ ਵੀ ਚੱਲ ਰਿਹਾ ਸੀਗਾ। ਵਿਲੀਅਮ ਬੈਂਟਿੰਗ ਉਸ ਸਮੇਂ ਗਵਰਨਰ ਸੀਗੇ। ਵਿਲੀਅਮ ਬੈਂਟਿੰਗ ਉਹ ਬੰਗਾਲ ਦੇ ਗਵਰਨਰ ਜਨਰਲ ਸੀਗੇ। ਅਤੇ ਇਸੇ ਸਮੇਂ ਭਾਰਤ ਦੇ ਵਿੱਚ ਇੱਕ ਮਹੱਤਵਪੂਰਨ ਜਿਹੜੇ ਨੇਤਾ ਸੀਗੇ ਰਾਜਾ ਰਾਮ ਮੋਹਨ ਰਾਏ। ਰਾਜਾ ਰਾਮ ਮੋਹਨ ਰਾਏ, ਜਿਸ ਨੂੰ ਭਾਰਤੀ ਰਾਸ਼ਟਰਵਾਦ ਦਾ ਪ੍ਰਵਰਤਕ ਵੀ ਕਿਹਾ ਜਾਂਦਾ, ਭਾਰਤੀ ਰਾਸ਼ਟਰਵਾਦ ਨੂੰ ਉਭਾਰਨ ਵਾਲਾ ਵੀ ਉਸ ਨੂੰ ਕਿਹਾ ਜਾਂਦਾ ਹੈ। ਉਹ ਨੇਤਾ ਵੀ ਇਸ ਸਮੇਂ ਸੀਗਾ। ਅਤੇ ਇਸੇ ਸਮੇਂ ਜੇਕਰ ਆਪਾਂ ਦੇਖੀਏ ਮੁਗਲਾਂ ਦਾ ਅਕਬਰ ਦੂਜਾ, ਉਹ ਭਾਰਤ ਦੇ ਵਿੱਚ ਸ਼ਾਸਨ ਕਰ ਰਿਹਾ ਸੀਗਾ। ਕਾਫੀ ਸਾਰੀਆਂ ਚੀਜ਼ਾਂ ਨੇ ਕੜੀਆਂ ਜੋੜਦੀਆਂ ਨੇ ਇੱਕ ਦੂਜੇ ਦੇ ਨਾਲ। ਹੁਣ 1826 ਦੇ ਵਿੱਚ ਇੱਕ ਅੰਗਰੇਜ਼ ਅਧਿਕਾਰੀ ਚਾਰਲਸ ਮੇਸਨ ਜਾਂ ਮੇਨਨ, ਲਗਭਗ ਕਈਆਂ ਦੇ ਵਿੱਚ ਮੇਨਨ ਮਿਲੂਗਾ, ਕਈਆਂ ਦੇ ਵਿੱਚ ਚਾਰਲਸ ਮੇਸਨ ਜਾਂ ਮੇਨਨ, ਹੈ ਨਾ। ਇੱਥੇ ਤੁਸੀਂ ਦਿੱਕਤ ਨਹੀਂ ਲੈਣੀ ਹੈਗੀ, ਕਈਆਂ ਦੇ ਵਿੱਚ ਮੇਨਨ ਲਿਖਿਆ ਹੋਇਆ, ਕਈਆਂ ਦੇ ਵਿੱਚ ਮੇਸਨ ਲਿਖਿਆ ਹੋਇਆ। ਤਾਂ ਉਹਨੇ ਥੋੜ੍ਹਾ ਜਿਹਾ ਜ਼ਿਕਰ ਕੀਤਾ ਵੀ ਕੋਈ ਕਿਸੇ ਤਰ੍ਹਾਂ ਦੀ ਇੱਕ ਅਲੱਗ ਜਿਹੀ ਚੀਜ਼ ਹੈਗੀ ਆ, ਇੱਕ ਅਲੱਗ ਜਿਹੀ ਤਰ੍ਹਾਂ ਦੀ ਕੁਛ ਪ੍ਰਾਪਤ ਹੋਇਆ, ਜਿਸ ਨੂੰ ਹੜੱਪਾ ਸਥਾਨ ਦੇ ਨੇੜੇ ਤੇੜੇ ਤੋਂ ਉਹਨੂੰ ਮਿਲਿਆ ਸੀਗਾ ਕੁਛ। ਪਰ ਉਹਦੀ ਗੱਲ ਦੇ ਉੱਪਰ ਇੰਨਾ ਜ਼ਿਕਰ ਨਹੀਂ, ਇੰਨਾ ਜ਼ੋਰ ਨਹੀਂ, ਇੱਥੇ ਇੰਨੀ ਕਹਾਣੀ ਨਹੀਂ ਇੱਥੇ ਬਣੀ ਉਸ ਦੀ ਗੱਲ ਦੀ। ਫਿਰ ਇਸੇ ਤਰ੍ਹਾਂ ਕਿਉਂਕਿ ਆਪਾਂ ਨੂੰ ਇੱਕ ਹੋਰ ਚੀਜ਼ ਹੈ, ਅੰਗਰੇਜ਼ਾਂ ਦਾ ਇੱਥੇ ਸ਼ਾਸਨ ਸੀਗਾ। ਲਗਭਗ ਆਪਾਂ ਕਹਿ ਦਈਏ ਇੰਨੇ ਬੁੱਧੀਜੀਵੀ ਲੋਕ ਉਹਨਾਂ ਨੂੰ ਕਹੀਏ ਵੀ ਉਹ ਪੜ੍ਹੇ ਲਿਖੇ ਸੀਗੇ। ਸਭ ਤੋਂ ਪਹਿਲਾਂ ਜੇਕਰ ਆਪਾਂ ਕਹਿ ਦਈਏ ਐਜੂਕੇਸ਼ਨ ਦਾ ਜਿਹੜਾ ਸਿਸਟਮ ਹੈ ਅੰਗਰੇਜ਼ਾਂ ਦੇ ਵਿੱਚ, ਸਿਸਟਮ ਵਧੀਆ ਤਰੀਕੇ ਦੇ ਨਾਲ, ਜੇਕਰ ਅੱਜ ਆਪਾਂ ਆਧੁਨਿਕ ਸਿੱਖਿਆ ਦੀ ਗੱਲ ਕਰੀਏ, ਉਦਯੋਗਿਕ ਕ੍ਰਾਂਤੀ ਦੀ ਗੱਲ ਕਰੀਏ, ਵੈਸੇ ਸਿੱਖਿਆ ਦੇ ਮਾਮਲੇ ਦੇ ਵਿੱਚ ਅਸੀਂ ਭਾਰਤ ਦੀਆਂ ਸੰਸਥਾਵਾਂ ਦੇ ਰਿਣੀ ਰਹਾਂਗੇ ਵੀ ਇਹਨਾਂ ਨੇ ਬਹੁਤ ਕੁਛ, ਬਸ ਸਿਸਟਮ ਕੀ ਰਿਹਾ ਵੀ ਆਪਾਂ ਨੂੰ ਪਤਾ ਹੀ ਹੈ। ਇੱਥੇ ਜਿਹੜਾ ਜਾਤੀ ਸਿਸਟਮ ਸੀਗਾ ਜਾਂ ਧਰਮ ਅਤੇ ਸੰਸਕ੍ਰਿਤੀ ਦੇ ਪ੍ਰਤੀ ਜ਼ਿਆਦਾ ਲਗਾ, ਉਹਦੇ ਕਰਕੇ ਉਹ ਸਿੱਖਿਆ ਦਾ ਇੰਨਾ ਮੁੱਲ ਨਹੀਂ ਪਿਆ। ਅਤੇ ਇਹ ਲੋਕਾਂ ਨੇ ਥੋੜ੍ਹਾ ਜਿਹਾ ਪ੍ਰੋਗਰੈਸਿਵ ਹੋ ਗਿਆ, ਆਪਦੀ ਜਿਹੜੀ ਸੰਸਕ੍ਰਿਤੀ ਹੈ ਜਾਂ ਆਪ ਦੇ ਵਿਚਾਰ ਨੇ ਉਹਨਾਂ ਨੂੰ ਅੱਗੇ ਵਧਾਤਾ, ਅਤੇ ਸਾਡੇ ਵਾਲੇ ਲਗਭਗ ਇੰਡੀਆ ਤੱਕ ਹੀ ਸੀਮਿਤ ਰਹਿ ਗਏ। ਅਤੇ ਜਿਹੜੇ ਗਏ ਨੇਗੇ ਉਹਨਾਂ ਨੇ ਬਹੁਤ ਵੱਡੇ ਪੱਧਰ 'ਤੇ ਉਪਲਬਧੀਆਂ ਵੀ ਹਾਸਲ ਕਰੀਆਂ ਨੇ। ਹੁਣ ਇੱਥੇ ਕਹਾਣੀ ਇਹੀ ਬਣਦੀ ਹੈ ਕਿ 1826 ਦੇ ਵਿੱਚ ਚਾਰਲਸ ਮੇਸਨ ਥੋੜ੍ਹਾ ਬਹੁਤਾ ਜ਼ਿਕਰ ਕਰਦਾ ਹੈ ਕਿ ਕੋਈ ਹੜੱਪਾ ਨਾਮ ਦਾ ਵੀ ਕੋਈ ਸਥਾਨ ਹੈਗਾ ਹੈ, ਪਰ ਇੰਨੀ ਕਹਾਣੀ ਇੱਥੇ ਸਿਸਟਮ ਨਹੀਂ ਬਣਦੀ। ਫਿਰ ਹੌਲੀ ਹੌਲੀ ਗੱਲ ਚੱਲਦੀ ਹੈ, ਆਪਾਂ ਚਲੇ ਜਾਂਦੇ ਹਾਂ ਫਿਰ 1850 ਦੇ ਵਿੱਚ। 1850 ਦੇ ਵਿੱਚ ਇੱਕ ਮਹੱਤਵਪੂਰਨ ਕਹਾਣੀ ਭਾਰਤ ਦੇ ਵਿੱਚ ਚੱਲ ਰਹੀ ਸੀ ਕਿ 1850 ਦੇ, ਹੁਣ 1849 ਦੇ ਵਿੱਚ ਆਪਾਂ ਨੂੰ ਪਤਾ ਹੈ ਪੰਜਾਬ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਸੀਗਾ। ਅਤੇ ਜਦੋਂ ਪੰਜਾਬ 'ਤੇ ਕਬਜ਼ਾ ਹੋਇਆ ਤਾਂ ਉਸ ਸਮੇਂ ਜੇਕਰ ਆਪਾਂ ਨੂੰ ਗਵਰਨਰ ਦੇਖੀਏ ਤਾਂ ਜਿਹੜਾ ਗਵਰਨਰ ਸੀਗਾ ਉਹ ਸੀਗਾ ਆਪਣਾ ਲਾਰਡ ਡਲਹੌਜੀ। ਅਤੇ ਲਾਰਡ ਡਲਹੌਜੀ ਇੱਕ ਮਹੱਤਵਪੂਰਨ ਕੰਮ ਜਿਹੜਾ ਕਰ ਰਿਹਾ ਸੀਗਾ ਭਾਰਤ ਦੇ ਵਿੱਚ, ਉਹ ਸੀਗਾ ਰੇਲਵੇ ਲਾਈਨ ਦਾ, ਹੈ ਨਾ, ਰੇਲਵੇ ਲਾਈਨ ਦਾ। ਹੁਣ ਆਪਾਂ ਨੂੰ ਪਤਾ ਰੇਲਵੇ ਲਾਈਨ ਵਿਛਾਣੀ ਹੈ ਤਾਂ ਜਿਹੜੀਆਂ ਜਗ੍ਹਾਵਾਂ ਦੀ ਹੈ ਉਹ ਖੁਦਾਈ ਵੀ ਕਰਨੀ ਪਵੇਗੀ। ਜਦੋਂ ਇੱਥੇ 1850 ਦੇ ਵਿੱਚ ਇੱਕ ਜਗ੍ਹਾ ਸੀਗੀ ਕਰਾਚੀ, ਕਰਾਚੀ ਤੋਂ ਲਾਹੌਰ ਤੱਕ ਰੇਲਵੇ ਲਾਈਨ ਵਿਛਾਉਣ ਦਾ ਕੰਮ ਦੋ ਭਰਾਵਾਂ ਨੂੰ ਦਿੱਤਾ। ਉਹ ਭਰਾ ਸੀਗੇ ਵਿਲੀਅਮ ਬਰੰਟਮ ਅਤੇ ਜੌਨ ਬਰੰਟਮ। ਅਤੇ ਜੌਨ ਬਰੰਟਮ ਅਤੇ ਵਿਲੀਅਮ ਬਰੰਟਮ, ਇਹਨਾਂ ਨੇ ਥੋੜ੍ਹਾ ਬਹੁਤਾ ਫਿਰ ਜ਼ਿਕਰ ਕੀਤਾ। ਇਹਨਾਂ ਨੂੰ ਇੱਟਾਂ ਪ੍ਰਾਪਤ ਹੋਈਆਂ, ਕੁਛ ਹੋਰ ਚੀਜ਼ਾਂ ਪ੍ਰਾਪਤ ਹੋਈਆਂ, ਉਹਦੇ ਨਾਲ ਥੋੜ੍ਹਾ ਜਿਹਾ ਫਿਰ ਜ਼ਿਕਰ ਹੋਇਆ ਵੀ ਸ਼ਾਇਦ ਕੋਈ ਇਹੋ ਜਿਹੀ ਸਭਿਅਤਾ ਹੈਗੀ ਹੈ। ਅਤੇ ਇਹਨਾਂ ਨੂੰ ਇੱਟਾਂ ਇੰਨੀਆਂ ਪ੍ਰਾਪਤ ਹੋਈਆਂ, ਲਗਭਗ 100 ਮੀਲ ਜਿਹੜੀ ਸੀਗੀ ਰੇਲ ਪਟੜੀ ਸੀਗੀ ਉਹਦੇ ਉੱਪਰ ਇਹਨਾਂ ਨੇ ਇੰਨੀਆਂ ਇੱਟਾਂ ਵਿਛਾਤੀਆਂ, ਇੰਨੀਆਂ ਇੱਟਾਂ ਦੀ ਪ੍ਰਾਪਤੀ ਹੋਈ। ਹੁਣ ਇੱਥੇ ਕਹਾਣੀ ਇਹੀ ਬਣ ਗਈ, ਫਿਰ ਥੋੜ੍ਹੀ ਹੋਰ ਚਰਚਾ ਜ਼ਿਆਦਾ ਹੋ ਗਈ ਇਹਦੀ। ਪਰ ਲੇਕਿਨ ਅੰਗਰੇਜ਼ਾਂ ਨੂੰ ਇਹ ਗੱਲ ਨਹੀਂ ਸਮਝ ਆ ਰਹੀ ਵੀ ਅੰਗਰੇਜ਼ਾਂ ਨੇ ਇਹ ਚੀਜ਼ ਨੂੰ ਲੁਕੋ ਕੇ ਕਿਉਂ ਰੱਖਿਆ। ਉਹਨਾਂ ਦੇ ਮਨ ਦੇ ਵਿੱਚ ਕੀ ਮਨਸ਼ਾ ਸੀਗੀ ਇਹ ਤਾਂ ਸ਼ਾਇਦ ਉਹੀ ਜਾਣਦੇ ਨੇ, ਜਾਂ ਉਸ ਸਮੇਂ ਸ਼ਾਇਦ ਉਹਨਾਂ ਨੂੰ ਐਂ ਲੱਗਿਆ ਹੋ ਵੀ ਇਹ ਤਾਂ ਵੈਸੇ ਮਿਲ ਰਿਹਾ ਖੁਦਾਈ ਤੋਂ। ਪਰ ਲੇਕਿਨ ਜੇਕਰ ਦੇਖਿਆ ਜਾਵੇ ਉਸ ਸਮੇਂ ਪੱਕੀਆਂ ਇੱਟਾਂ ਦਾ ਪ੍ਰਯੋਗ ਇੰਗਲੈਂਡ ਦੇ ਵਿੱਚ ਵੀ ਇੰਨਾ ਨਹੀਂ ਹੋਇਆ ਸੀਗਾ ਜਿੰਨਾ ਆਪਾਂ ਦੇਖੀਏ 4-5 ਹਜ਼ਾਰ ਸਾਲ ਪਹਿਲਾਂ ਦੀ ਕੋਈ ਸੱਭਿਅਤਾ, ਜੇਕਰ ਆਪਾਂ ਉਹਦੇ ਕਾਰਬਨਿਕ ਦੇਖੀਏ ਵਿਧੀ ਨਾਲ ਪਤਾ ਕਰੀਏ ਤਾਂ ਕਾਫੀ ਪੁਰਾਣਾ ਜਿਹੜਾ ਉਹ ਇਤਿਹਾਸ ਉਹਨਾਂ ਦਾ ਮਿਲਦਾ ਹੈ। ਪਰ ਲੇਕਿਨ ਅੰਗਰੇਜ਼ਾਂ ਨੇ ਪਤਾ ਨਹੀਂ ਕਿਉਂ ਇਹ ਚੀਜ਼ ਨੂੰ ਥੋੜ੍ਹਾ ਲੁਕੋ ਕੇ ਰੱਖਿਆ, ਦਬਾ ਕੇ ਰੱਖਿਆ। ਫਿਰ ਇਹ ਜਿਹੜੀਆਂ ਗੱਲਾਂ ਲੁਕਣ ਵਾਲੀਆਂ ਨਹੀਂ ਹੁੰਦੀਆਂ ਉਹ ਲੁਕਦੀਆਂ ਵੀ ਨਹੀਂ। ਆਪਾਂ ਨੂੰ ਪਤਾ 1850 ਦੇ ਵਿੱਚ ਕਾਫੀ ਸਾਰੀਆਂ ਘਟਨਾਵਾਂ ਭਾਰਤ ਦੇ ਵਿੱਚ ਹੋਈਆਂ ਸੀਗੀਆਂ। ਜੇਕਰ ਆਪਾਂ ਦੇਖੀਏ 1850 ਦੇ ਵਿੱਚ 49 ਦੇ ਵਿੱਚ ਆਪਾਂ ਨੂੰ ਪਤਾ ਹੈ ਪੰਜਾਬ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਸੀਗਾ। 1853 ਦੇ ਵਿੱਚ ਕੰਪਨੀ ਨੂੰ ਬਿਲਕੁਲ ਲਾਂਭੇ ਕਰਨ ਦੇ ਲਈ ਇੱਕ ਐਕਟ ਪਾਸ ਕੀਤਾ ਇਹਨਾਂ ਨੇ ਕਿ ਕਾਫੀ ਸਾਰੀਆਂ ਸ਼ਕਤੀਆਂ ਕੰਪਨੀ ਦੀਆਂ ਖੋਲ੍ਹੀਆਂ ਸੀਗੀਆਂ। ਅਤੇ ਫਿਰ 1854 ਦੇ ਵਿੱਚ ਆਪਾਂ ਨੂੰ ਪਤਾ ਹੈ ਵੁਡ ਡਿਸਪੈਚ ਆਉਂਦਾ ਹੈ, ਜਿਹਦੇ ਨਾਲ ਇੰਗਲਿਸ਼ ਜਾਂ ਅੰਗਰੇਜ਼ੀ ਜਾਂ ਜਿਹਨੂੰ ਸਿੱਖਿਆ ਦਾ ਮੈਗਨਾ ਕਾਰਟਾ ਇੱਥੇ ਕਿਹਾ ਗਿਆ। ਉਸ ਤੋਂ ਬਾਅਦ 1857 ਦੀ ਆਪਾਂ ਕ੍ਰਾਂਤੀ ਪੜ੍ਹਦੇ ਹਾਂ ਅਤੇ 1858 ਦੇ ਵਿੱਚ ਲਗਭਗ ਜਿਹੜਾ ਭਾਰਤ ਹੈ ਬ੍ਰਿਟਿਸ਼ ਸਰਕਾਰ ਦੇ ਅਧੀਨ ਜਾਂ ਕਰਾਊਨ ਦੇ ਅਧੀਨ ਚਲਾ ਜਾਂਦਾ ਹੈ।
ਤਾਂ ਇੱਥੇ ਕਾਫੀ ਸਾਰੀਆਂ ਗੱਲਾਂ ਨੇ ਜੇਕਰ ਆਪਾਂ 1850 ਦੇ ਵਿੱਚ ਦੇਖੀਏ ਇਸਦੇ ਨੇੜੇ ਤੇੜੇ ਹੋਈਆਂ ਨੇ। ਹੁਣ ਦੁਬਾਰਾ ਜਿਹੜੀ ਕਹਾਣੀ ਹੈ ਇਹਦੀ ਸਟਾਰਟ ਹੁੰਦੀ ਹੈ, ਥੋੜ੍ਹਾ ਬਹੁਤਾ ਫਿਰ ਜ਼ਿਕਰ ਹੋਣਾ ਸ਼ੁਰੂ ਹੁੰਦਾ ਹੈ 1904 ਦੇ ਵਿੱਚ। 1904 ਦੇ ਵਿੱਚ ਭਾਰਤ ਦੇ ਵਿੱਚ ਇੱਕ ਪੁਰਾਤਤਵ ਵਿਭਾਗ ਦੀ ਸਥਾਪਨਾ ਹੁੰਦੀ ਹੈ, ਜਿਸ ਨੂੰ ਕਿਹਾ ਜਾਂਦਾ ਹੈ ਲਗਭਗ ਭਾਰਤੀ ਪੁਰਾਤਤਵ ਵਿਭਾਗ ਦੀ ਸਥਾਪਨਾ ਹੁੰਦੀ ਹੈ। ਇਸ ਦਾ ਹੈੱਡ ਬਣਾਇਆ ਜਾਂਦਾ ਹੈ ਅਲੈਗਜੈਂਡਰ ਕਨਿੰਘਮ ਨੂੰ। ਅਲੈਗਜੈਂਡਰ ਕਨਿੰਘਮ ਕਾਫੀ ਪ੍ਰੋਗਰੈਸਿਵ ਵਿਚਾਰਾਂ ਦੇ ਵਿਅਕਤੀ ਸੀਗੇ, ਇਤਿਹਾਸ ਦੇ ਨਾਲ ਜੁੜੇ ਹੋਏ ਸੀਗੇ। ਇਹੋ ਜਿਹੀਆਂ ਜਗ੍ਹਾ ਦੀ ਜਿਹੜੀ ਇਹ ਖੋਜ ਇਹ ਲਗਾਤਾਰ ਕਰਦੇ ਰਹਿੰਦੇ ਸੀਗੇ। ਉਹ ਚੀਜ਼ ਨੂੰ ਦੇਖਣ ਦੇ ਲਈ ਉਹਨਾਂ ਦਾ ਕਾਫੀ ਯੋਗਦਾਨ ਆਪਾਂ ਕਹਿ ਦਈਏ ਕਿ ਭਾਰਤੀ ਪੁਰਾਤਤਵ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਜਾਣਨ ਦੇ ਵਿੱਚ ਰਿਹਾ ਗਾ। ਅਤੇ ਫਿਰ ਆਪਾਂ ਨੂੰ ਪਤਾ ਹੈ 1905 ਦੇ ਵਿੱਚ ਬੰਗਾਲ ਦਾ ਵਿਭਾਜਨ ਹੋਇਆ। ਕਾਫੀ ਮਹੱਤਵਪੂਰਨ ਕੜੀਆਂ ਇਹ ਸਾਲ ਦੇ ਨਾਲ ਫਿਰ ਆਪਾਂ ਨੂੰ ਜੁੜਨ ਨੂੰ ਮਿਲਦੀਆਂ ਨੇ। ਫਿਰ 1906 ਦੇ ਵਿੱਚ ਮੁਸਲਿਮ ਲੀਗ ਦੀ ਸਥਾਪਨਾ, 1909 ਦੇ ਵਿੱਚ ਉਹਨਾਂ ਨੂੰ ਵੋਟਿੰਗ ਦਾ ਰਾਈਟ, 1919 ਦੇ ਵਿੱਚ ਫਿਰ ਸਿੱਖਾਂ ਨੂੰ ਵੋਟਿੰਗ ਦਾ ਰਾਈਟ। ਇਸ ਤਰ੍ਹਾਂ ਹੌਲੀ ਹੌਲੀ ਕਾਫੀ ਸਾਰੀਆਂ ਚੀਜ਼ਾਂ ਸੀਗੀਆਂ ਇਹ ਨੇੜੇ ਤੇੜੇ ਦੀਆਂ ਨੇ ਜਿਹੜੀਆਂ ਆਪਾਂ ਨੂੰ ਪਤਾ ਲੱਗਦਾ ਵੀ ਉਸ ਸਮੇਂ ਭਾਰਤ ਦੇ ਵਿੱਚ ਵਾਪਰ ਰਹੀਆਂ ਸੀਗੀਆਂ। ਨਾਲ ਨਾਲ ਕੀ ਸੀਗਾ, ਇਹ ਆਪਾਂ ਸਿੰਧੂ ਘਾਟੀ ਸੱਭਿਅਤਾ ਦੀ ਖੋਜ ਵੱਲ ਥੋੜ੍ਹੇ ਕਦਮ ਵਧਾ ਰਹੇ ਸੀਗੇ। ਹੁਣ 1904 ਦੇ ਵਿੱਚ ਵੀ ਇੰਨੀ ਗੱਲਬਾਤ ਸਿੰਧੂ ਘਾਟੀ ਸੱਭਿਅਤਾ ਦਾ ਬਾਰੇ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੀ। ਫਿਰ ਆਉਂਦਾ ਹੈ ਮਹੱਤਵਪੂਰਨ ਮੋੜ, ਜਦੋਂ ਇੱਕ ਨਾਮ ਭਾਰਤ ਦੇ ਵਿੱਚ ਆਉਂਦਾ ਹੈ, ਕਾਫੀ ਮਹੱਤਵਪੂਰਨ ਨਾਮ, ਜਿਹਨੂੰ ਆਪਾਂ ਬਾਰ-ਬਾਰ ਪੜ੍ਹਦੇ ਹਾਂ, ਦਇਆ ਰਾਮ ਸਾਹਨੀ। ਇਹਨੇ ਖੋਜ ਕੀਤੀ ਹੜੱਪਾ ਸਥਲ ਦੀ। ਹੜੱਪਾ ਸਥਲ ਸੀਗਾ ਪਾਕਿਸਤਾਨ ਦੇ ਵਿੱਚ ਹੈ। ਅੱਜ ਕੱਲ੍ਹ ਜੇਕਰ ਆਪਾਂ ਦੇਖੀਏ ਰਾਵੀ ਨਦੀ ਦੇ ਕਿਨਾਰੇ, ਤਾਂ ਇੱਥੇ ਇਹਨਾਂ ਨੇ ਇਸ ਸਥਲ ਦੀ ਖੋਜ ਕੀਤੀ ਅਤੇ ਇੱਥੋਂ ਕਾਫੀ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਪ੍ਰਾਪਤ ਹੋਈਆਂ। ਅਤੇ ਉਹਨਾਂ ਨੂੰ ਜਦੋਂ ਦੇਖਿਆ ਮਿਲਾ ਕੇ ਵੀ ਸਮਕਾਲੀਨ ਜਾਂ ਉਸ ਸਮੇਂ ਦੀ ਭਾਰਤੀ ਵਿਵਸਥਾ ਦੇ ਨਾਲ ਜਦੋਂ ਮਿਲਾ ਕੇ ਦੇਖਿਆ, ਤਾਂ ਇਹਨਾਂ ਨੂੰ ਐਂ ਲੱਗਿਆ ਵੀ ਇਹ ਤਾਂ ਇਸ ਸਮੇਂ ਦੀਆਂ ਹੈ ਹੀ ਨਹੀਂ। ਫਿਰ ਜਦੋਂ ਕਿਸੇ ਨੂੰ ਕੁਛ ਖੋਜਣ ਦੀ ਲਲਕ ਪੈਦਾ ਹੋ ਜਾਵੇ, ਫਿਰ ਉਹ ਚੀਜ਼ਾਂ ਲਗਾਤਾਰ ਲੁਕਦੀਆਂ ਨਹੀਂ ਹੈਗੀਆਂ। ਲਗਭਗ ਇਹ ਕੰਮ ਆਪਣਾ 1920-21 ਦੇ ਵਿੱਚ ਦਇਆ ਰਾਮ ਸਾਹਨੀ ਦੁਆਰਾ ਹੜੱਪਾ ਦੀ ਖੋਜ ਦਾ ਕੀਤਾ ਗਿਆ। ਜੇਕਰ ਦੇਖੀਏ ਸਭ ਤੋਂ ਪਹਿਲਾਂ ਜਿਹੜਾ ਸਥਲ ਸੀਗਾ ਉਹ ਸੀਗਾ ਹੜੱਪਾ। ਇਸ ਕਰਕੇ ਇਸ ਸੱਭਿਅਤਾ ਨੂੰ ਆਪਾਂ ਹੜੱਪਾ ਦੀ ਸੱਭਿਅਤਾ ਵੀ ਕਿਹਾ ਜਾਂਦਾ ਹੈ। ਹੜੱਪਾ ਸੱਭਿਅਤਾ ਵੀ ਇਸ ਨੂੰ ਕਿਹਾ ਜਾਂਦਾ ਹੈ। ਲਗਭਗ ਇਹਦੀ ਖੋਜ ਦਾ ਸ਼ਹਿਰ ਹੈ ਦਇਆ ਰਾਮ ਸਾਹਨੀ ਨੂੰ ਕਿਹਾ ਜਾਂਦਾ ਹੈ। ਹੁਣ ਇੱਥੇ ਹੀ 1922 ਦੇ ਵਿੱਚ ਫਿਰ ਮਿੰਟਗੋਮਰੀ ਜ਼ਿਲ੍ਹੇ ਦੇ ਵਿੱਚ ਸਿੰਧ ਪ੍ਰਾਂਤ ਤੋਂ ਇੱਕ ਹੋਰ ਸਥਲ ਦੀ ਜਿਹੜੀ ਖੋਜ ਹੁੰਦੀ ਹੈ, ਉਹ ਸਿੰਧ ਨਦੀ ਦੇ ਕਿਨਾਰੇ ਮੋਹਨਜੋਦੜੋ ਦੀ। ਇਹਦੀ ਖੋਜ ਰਾਖਲ ਦਾਸ ਬੈਨਰਜੀ ਦੁਆਰਾ 1922 ਦੇ ਵਿੱਚ ਕੀਤੀ ਜਾਂਦੀ ਹੈ। ਇਹਨਾਂ ਦੋਹਾਂ ਸਥਲਾਂ ਦੀ ਖੋਜ ਦੇ ਨਾਲ ਹੀ ਇੱਕ ਮਹੱਤਵਪੂਰਨ ਜਿਹੜਾ ਬਦਲਾਅ ਪੜਾ, ਜਾਂ ਆਪਾਂ ਕਹਿ ਦਈਏ ਇੱਕ ਨਵੀਂ ਜਿਹੜੀ ਹੋਂਦ ਹੈ ਹੜੱਪਾ ਦੇ ਸਥਲ ਦੀ ਖੋਜ ਦੀ, ਉਹ ਇੱਥੇ ਹੋਣੀ ਸ਼ੁਰੂ ਹੋ ਗਈ ਸੀਗੀ। ਹੁਣ ਇੱਥੇ ਇਹਦੇ ਨਾਮਕਰਨ ਦੀ ਚਰਚਾ ਹੋਣ ਲੱਗੀ, ਇਹਨੂੰ ਨਾਮ ਕੀ ਦਿੱਤਾ ਜਾਵੇ। ਵੱਖ-ਵੱਖ ਇਤਿਹਾਸਕਾਰਾਂ ਨੇ ਆਪਦੇ ਨਾਮ ਸਿੰਧੂ ਘਾਟੀ ਸੱਭਿਅਤਾ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਜੇਕਰ ਆਪਾਂ ਦੇਖੀਏ ਵੀ ਲਗਭਗ 40 ਬਸਤੀਆਂ ਸੀਗੀਆਂ, ਉਹੀ ਆਪਾਂ ਸਿੰਧੂ ਘਾਟੀ ਜਾਂ ਸਿੰਧੂ ਨਦੀ ਦੀ ਜਿਹੜੀ ਘਾਟੀ ਹੈ ਉਹਦੇ ਨੇੜੇ ਤੇੜੇ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ। ਇਹ ਸਿੰਧੂ ਨਦੀ ਦੀ ਘਾਟੀ ਹੈ, ਇਸ ਦੇ ਨੇੜੇ ਤੇੜੇ ਦਾ ਜਿਹੜਾ ਇਲਾਕਾ ਹੈ, ਤਾਂ ਇਹ ਸਾਰਾ ਲਗਭਗ ਕੀ ਹੈ, ਇੱਥੇ ਲਗਭਗ 40 ਬਸਤੀਆਂ ਪਾਈਆਂ ਗਈਆਂ, ਜਿਨ੍ਹਾਂ ਦੇ ਵਿੱਚ ਆਪਸ ਦੇ ਵਿੱਚ ਸੁਮੇਲਤਾ ਪਾਈ ਗਈ। ਕਾਫੀ ਚੀਜ਼ਾਂ ਆਪਸ ਦੇ ਵਿੱਚ ਮਿਲੀਆਂ, ਕਾਫੀ ਚੀਜ਼ਾਂ ਦਾ ਆਪਸ ਦੇ ਵਿੱਚ ਮੇਲ ਮਿਲਾਪ ਹੋਇਆ। ਉਹਨਾਂ ਦੇ ਕਾਫੀ ਵਿਸ਼ੇਸ਼ਤਾਵਾਂ ਇੱਕ ਦੂਜੇ ਨਾਲ ਮੇਲ ਖਾ ਗਈਆਂ। ਤਾਂ ਉਹਨਾਂ ਨੂੰ ਫਿਰ ਕਿਹਾ ਗਿਆ ਵੀ ਇਹ ਇੱਕ ਸੱਭਿਅਤਾ ਹੈ, ਬਹੁਤ ਮਹੱਤਵਪੂਰਨ ਸੱਭਿਅਤਾ, ਕਾਫੀ ਸਾਲਾਂ ਤੋਂ ਨੀਚੇ ਦਬੀ ਹੋਈ ਸੱਭਿਅਤਾ, ਇਤਿਹਾਸ ਹੈ ਇੱਕ ਭਾਰਤ ਦਾ ਜਾਂ ਇਸ ਏਰੀਏ ਦਾ। ਤਾਂ ਇਸ ਨੂੰ ਖੋਜ ਕਰਨ ਦਾ ਕੰਮ ਹੋਰ ਜ਼ੋਰ ਸ਼ੋਰਾਂ 'ਤੇ ਹੋਣ ਲੱਗ ਗਿਆ। ਫਿਰ ਵੱਖ-ਵੱਖ ਇਤਿਹਾਸਕਾਰਾਂ ਨੇ ਇਸ ਦੀਆਂ ਆਪਦੇ ਨਾਮ ਦੇਣੇ ਸ਼ੁਰੂ ਕਰਤੇ। ਹੜੱਪਾ ਸੱਭਿਅਤਾ ਇਸ ਨੂੰ ਕਿਹਾ ਜਾਂਦਾ ਹੈ ਕਿਉਂਕਿ ਪਹਿਲਾ ਸਥਲ ਹੈ ਹੜੱਪਾ ਖੋਦਿਆ ਗਿਆ ਸੀਗਾ। ਉਸ ਤੋਂ ਬਾਅਦ ਸਿੰਧੂ ਘਾਟੀ ਦੀ ਸੱਭਿਅਤਾ ਇਸ ਨੂੰ ਕਿਹਾ ਗਿਆ ਕਿਉਂਕਿ ਸਿੰਧੂ ਨਦੀ ਦੇ ਕਿਨਾਰੇ ਇਸ ਦੇ ਬਹੁਤ ਸਾਰੇ ਸਥਲ ਨੇ ਜਿਹੜੇ ਪਾਏ ਗਏ ਨੇ, ਲਗਭਗ 40 ਬਸਤੀਆਂ। ਉਸ ਤੋਂ ਬਾਅਦ ਜਿਹੜੀ ਸਭ ਤੋਂ ਪਹਿਲੀ ਧਾਤ ਇਹਦੇ ਵਿੱਚ ਵਰਤੀ ਗਈ ਸੀਗੀ ਤਾਂਬਾ, ਅਤੇ ਹੁਣ ਇੱਥੇ ਤਾਂਬਾ ਧਾਤੂ ਦੇ ਰੂਪ ਦੇ ਵਿੱਚ ਆਪਾਂ ਕਹਿ ਸਕਦੇ ਹਾਂ। ਅਤੇ ਮਿਸ਼ਰ ਧਾਤ ਜਿਹੜੀ ਵਰਤੀ ਗਈ ਸੀਗੀ, ਮਿਸ਼ਰਿਤ ਧਾਤ ਸੀਗੀ, ਉਹ ਸੀਗੀ ਕਾਂਸਾ। ਹੁਣ ਕਾਂਸੇ ਦਾ ਵੱਡੇ ਪੱਧਰ 'ਤੇ ਪ੍ਰਯੋਗ ਕੀਤਾ ਇਹਨਾਂ ਨੇ, ਇਸ ਕਰਕੇ ਇਸ ਨੂੰ ਕਾਂਸਾ ਯੁਗੀਨ ਸੱਭਿਅਤਾ ਵੀ ਕਿਹਾ ਜਾਂਦਾ ਹੈ। ਕਾਫੀ ਮਹੱਤਵਪੂਰਨ ਨਾਮ ਨੇ ਜਿਹੜੇ ਇਹ। ਫਿਰ ਇੱਕ ਹੋਰ ਜਿਹੜਾ ਨਾਮ ਹੈ, ਮਹੱਤਵਪੂਰਨ ਨਾਮ ਹੈ ਇਹਦਾ ਦਿੱਤਾ ਜਾਂਦਾ ਸਰਸਵਤੀ ਨਦੀ ਦੀ। ਇਹ ਲਗਭਗ ਜਮੁਨਾ ਦਾ ਏਰੀਆ ਹੈ, ਇਹਦੇ ਨੇੜੇ ਤੇੜੇ ਇੱਕ ਹੋਰ ਨਦੀ ਇੱਥੋਂ ਵਗਦੀ ਸੀਗੀ ਜਿਸ ਨੂੰ ਸਰਸਵਤੀ ਨਦੀ ਕਿਹਾ ਜਾਂਦਾ ਹੈ। ਸਰਸਵਤੀ ਨਦੀ ਦੇ ਕਿਨਾਰੇ ਲਗਭਗ 1100 ਸਥਲ ਨੇ ਜਿਹੜੇ ਉਹ ਖੋਜੇ ਗਏ ਨੇਗੇ। ਇਸ ਕਰਕੇ ਇਸ ਨੂੰ ਸਰਸਵਤੀ ਦੀ ਸੱਭਿਅਤਾ ਵੀ ਕਿਹਾ ਜਾਂਦਾ ਹੈ, ਜਿਹੜੀ
ਹਰਿਆਣੇ ਦੇ ਵਿੱਚ ਵਗਦੀ ਸੀਗੀ। ਅਤੇ ਉਸ ਨੂੰ ਜੇਕਰ ਆਪਾਂ ਦੇਖੀਏ ਕਾਫੀ ਇਤਿਹਾਸਕਾਰ ਇਸ ਨੂੰ ਘੱਗਰ ਨਦੀ ਵੀ ਮੰਨਦੇ ਨੇਗੇ। ਘੱਗਰ ਨਦੀ ਜਾਂ ਹਰਕਾ ਨਦੀ ਵੀ ਇਸ ਨੂੰ ਕਿਹਾ ਜਾਂਦਾ ਹੈ। ਤਾਂ ਇਹ ਕਾਫੀ ਮਹੱਤਵਪੂਰਨ ਚੀਜ਼ਾਂ ਨੇ ਇਸ ਦੇ ਬਾਰੇ ਜਿਹੜੇ ਆਪਾਂ ਨੂੰ ਪਤਾ ਹੋਣੇ ਚਾਹੀਦੇ। ਪੇਪਰ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ਾਂ ਆ ਸਕਦੀਆਂ ਨੇ। ਫਿਰ ਮੇਨ ਗੱਲ ਕੀ ਹੈ ਕਿ ਇਸ ਦੇ ਫਿਰ ਖੇਤਰ ਦੇ ਬਾਰੇ, ਸੰਸਕ੍ਰਿਤੀ ਦੇ ਬਾਰੇ, ਇਸ ਦੀ ਸਮਾਜਿਕ ਰੀਤੀ ਰਿਵਾਜ਼ਾਂ ਦੇ ਬਾਰੇ ਸਿਰਫ ਅਨੁਮਾਨ ਨੇ। ਪੱਕੀ ਗੱਲ ਕੋਈ ਵੀ ਨਹੀਂ ਕਹਿ ਸਕਦਾ। ਸਭ ਨੇ ਆਪਦੀਆਂ ਕਹਾਣੀਆਂ ਘੜੀਆਂ ਹੋਈਆਂ ਨੇ। ਕਹਾਣੀ ਘੜਨ ਦਾ ਵੀ ਇੱਕ ਫੈਕਟ ਇਹ ਹੈ ਕਿਉਂਕਿ ਉਸ ਸਮੇਂ ਦੀਆਂ ਜਿਹੜੀਆਂ ਚੀਜ਼ਾਂ ਨੇ ਕਿਸੇ ਨੂੰ ਵੀ ਕਲੀਅਰ ਨਹੀਂ ਹੈਗਾ ਵੀ ਸ਼ਾਇਦ ਇਹੋ ਜਿਹਾ ਹੈ ਵੀ ਸੀ ਜਾਂ ਨਹੀਂ। ਮੰਨ ਲਓ ਕੋਈ ਮੂਰਤੀ ਮਿਲ ਗਈ, ਕੀ ਪਤਾ ਉਹ ਮੂਰਤੀ ਹੈ ਜਾਂ ਨਹੀਂ ਹੈ। ਉਹਦੇ ਉੱਪਰ ਮੂਰਤੀ ਦੇ ਜਿਹੜੇ ਬਿਆਨ ਨੇ ਇਤਿਹਾਸਕਾਰਾਂ ਦੁਆਰਾ ਦਿੱਤੇ ਜਾਂਦੇ ਨੇਗੇ। ਸਿਰਫ ਇਹ ਗੱਲ ਮੰਨ ਕੇ ਕਿ ਪ੍ਰੈਜੈਂਟ ਸਮੇਂ ਦੇ ਵਿੱਚ ਜਾਂ ਸਮਕਾਲੀਨ ਸਮੇਂ ਦੇ ਵਿੱਚ ਮੂਰਤੀਆਂ ਦੀ ਕੀ ਹੈ ਪੂਜਾ ਹੁੰਦੀ ਸੀਗੀ। ਫਿਰ ਕੋਈ ਘਰ ਪ੍ਰਾਪਤ ਹੋਇਆ, ਖੂਹ ਪ੍ਰਾਪਤ ਹੋਇਆ, ਨਾਲੀਆਂ ਪ੍ਰਾਪਤ ਹੋਈਆਂ। ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹਨਾਂ ਨੂੰ ਐਂ ਲੱਗਿਆ ਵੀ ਇਹ ਲੋਕ ਬਿਖਰੇ ਹੋਏ ਨਹੀਂ ਸੀਗੇ ਜਾਂ ਐਂ ਨਹੀਂ ਸੀਗਾ ਕੋਈ ਇਸ ਤਰ੍ਹਾਂ ਹੀ ਉਜੜੇ ਹੋਏ ਲੋਕਾਂ ਦੀ ਸੱਭਿਅਤਾ ਸੀਗੀ। ਇਹਨਾਂ ਨੇ ਦੇਖਿਆ ਕਿ ਸੁਵਿਵਸਥਿਤ ਤਰੀਕੇ ਦੇ ਨਾਲ ਇਹਨਾਂ ਨੇ ਨਿਰਮਾਣ ਕੀਤਾ ਹੋਇਆ ਸੀਗਾ ਨਗਰਾਂ ਦਾ ਨਿਰਮਾਣ ਕੀਤਾ ਹੋਇਆ ਸੀਗਾ। ਇਸ ਕਰਕੇ ਇਸ ਨੂੰ ਪਹਿਲਾ ਨਗਰੀ ਸੰਸਕ੍ਰਿਤੀ ਵੀ ਇਸ ਨੂੰ ਕਿਹਾ ਜਾਂਦਾ ਹੈ। ਨਗਰ ਦੀ ਸੰਸਕ੍ਰਿਤੀ ਵੀ ਇਸ ਨੂੰ ਕਿਹਾ ਜਾਂਦਾ ਹੈ ਕਿਉਂਕਿ ਪਹਿਲੀ ਨਗਰੀ ਕ੍ਰਾਂਤੀ ਸਿੰਧੂ ਘਾਟੀ ਸੱਭਿਅਤਾ ਹੀ ਸਾਨੂੰ ਪੇਸ਼ ਕਰਦੀ ਹੈ। ਉਸ ਤੋਂ ਬਾਅਦ ਕਾਫੀ ਮਹੱਤਵਪੂਰਨ ਚੀਜ਼ਾਂ ਨੇ ਇਹਦੇ ਵਿੱਚ। ਭਾਰਤ ਦੇ ਵਿੱਚ ਰੇਡੀਓ ਕਾਰਬਨ ਵਿਧੀ ਦੇ ਨਾਲ ਇਸ ਦੇ ਟਾਈਮ ਪੀਰੀਅਡ ਦਾ ਪਤਾ ਲਗਾਇਆ ਜਾਂਦਾ। ਲਗਭਗ ਆਪਾਂ ਦੇਖੀਏ NCERT ਦੀ ਬੁੱਕ ਦੇ ਵਿੱਚ ਲਗਭਗ ਇਸ ਨੂੰ 2600 ਤੋਂ 1900 ਦੇ ਵਿਚਕਾਰ ਈਸਾ ਪੂਰਵ ਦਾ ਜਿਹੜਾ ਸਮਾਂ ਹੈ ਉਹ ਮੰਨਿਆ ਜਾਂਦਾ ਹੈ। ਅਤੇ ਲਗਭਗ ਕਾਫੀ ਇਤਿਹਾਸਕਾਰਾਂ ਨੇ ਇਸ ਦੇ ਉੱਪਰ ਸਹਿਮਤੀ ਬਣਾ ਲਈ ਹੈ ਕਿ 2500 ਤੋਂ ਲੈ ਕੇ 1750 ਤੱਕ ਦਾ ਜਿਹੜਾ ਕਾਲ ਹੈ ਉਹ ਮਹੱਤਵਪੂਰਨ ਕਾਲ ਹੈ ਜਿਹੜਾ ਇਹ ਲਗਭਗ ਆਪਣਾ ਪੇਸ਼ ਕੀਤਾ ਹੈ ਮੋਰਟੀਮਰ ਵ੍ਹੀਲਰ ਨੇ। ਅਤੇ ਜੌਨ ਮਾਰਸ਼ਲ ਨੇ ਜਿਹੜਾ ਟਾਈਮ ਪੀਰੀਅਡ ਦੱਸਿਆ ਸੀਗਾ ਉਹ ਸੀਗਾ 3250 ਤੋਂ ਲੈ ਕੇ 2750 ਤੱਕ ਦਾ ਟਾਈਮ ਪੀਰੀਅਡ ਇਹਦਾ ਦੱਸਿਆ ਹੈ ਜਾਨ ਮਾਰਸ਼ਲ ਨੇ। ਹੁਣ ਇੱਥੇ ਜਿਹੜਾ ਫਿਰ ਗੱਲ ਆਉਂਦੀ ਹੈ ਇਹਦੇ ਖੇਤਰ ਦੀ ਵੀ ਇਹਦਾ ਖੇਤਰ ਕਿੱਥੋਂ ਤੱਕ ਵਿਸਤ੍ਰਿਤ ਸੀਗਾ। ਲਗਭਗ ਕਹਿੰਦੇ ਨੇ ਅਫਗਾਨਿਸਤਾਨ ਦੇ ਵਿੱਚ ਵੀ ਇਹਦੇ 2 ਸਥਾਨ ਮਿਲੇ ਨੇਗੇ। ਉਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਕਾਫੀ ਸਥਾਨ ਇਹਦੇ ਪ੍ਰਾਪਤ ਹੋਏ ਨੇਗੇ। ਫਿਰ ਆਪਾਂ ਦੇਖਿਆ ਜਿਹੜਾ ਬਿਲਕੁਲ ਪੂਰਬ ਦੇ ਵਿੱਚ ਆਲਮਗੀਰਪੁਰ ਹੈ UP ਦਾ। ਫਿਰ ਜੇਕਰ ਆਪਾਂ ਦੱਖਣ ਦੇ ਵੱਲ ਜਾਈਏ ਤਾਂ ਮਹਾਰਾਸ਼ਟਰ ਦੇ ਵਿੱਚ ਦੈਮਾਬਾਦ। ਅਤੇ ਇਹ ਜੇਕਰ ਆਪਾਂ ਇਸ ਨੂੰ ਦੇਖੀਏ ਤਾਂ ਇੱਕ ਤ੍ਰਿਕੋਣੀ ਲੜੀ ਦੇ ਰੂਪ ਦੇ ਵਿੱਚ ਇਸ ਦਾ ਨਿਰਮਾਣ ਹੁੰਦਾ ਹੈ। ਇਸ ਕਰਕੇ ਕਿਹਾ ਜਾਂਦਾ ਹੈ ਵੀ ਇਹ ਸਿੰਧੂ ਘਾਟੀ ਸੱਭਿਅਤਾ ਦਾ ਜਿਹੜਾ ਖੇਤਰ ਹੈ ਜਾਂ ਸੰਪੂਰਨ ਖੇਤਰ ਹੈ ਉਹ ਲਗਭਗ ਤ੍ਰਿਭੁਜ ਆਕਾਰ ਦਾ ਖੇਤਰ ਸੀਗਾ। ਅਤੇ ਇਸ ਦੀਆਂ ਉੱਤਰੀ ਦੱਖਣੀ ਪੂਰਬੀ ਅਤੇ ਪੱਛਮੀ ਨਦੀਆਂ ਦਾ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਜੇ ਸਭ ਤੋਂ ਉੱਤਰ ਦੇ ਵਿੱਚ ਨਦੀ ਦੇਖੀਏ ਤਾਂ ਚਨਾਬ ਨਦੀ ਹੈ। ਜਿਹੜਾ ਮਾਂਡਾ ਸਥਲ ਹੈ ਉਹ ਚਨਾਬ ਨਦੀ ਦੇ ਕਿਨਾਰੇ ਸੀਗਾ। ਆਲਮਗੀਰਪੁਰ ਸੀਗਾ ਇਹਦੇ ਵਿੱਚ ਆਲਮਗੀਰਪੁਰ ਦੇ ਵਿੱਚ ਆਪਣਾ ਜੇਕਰ ਆਪਾਂ ਸਥਾਨ ਦੇਖੀਏ ਤਾਂ ਇੱਥੇ ਹਿੰਡਨ ਨਦੀ ਦੇ ਕਿਨਾਰੇ। ਅਤੇ ਦੈਮਾਬਾਦ ਦੇ ਵਿੱਚ ਤਾਂ ਫਿਰ ਅਸੀਂ ਗੱਲ ਕਰ ਰਹੇ ਸੀਗੇ ਵੀ ਜੇ ਸਿੰਧੂ ਘਾਟੀ ਸੱਭਿਅਤਾ ਦੇ ਜਿਹੜੇ ਸੀਗੇ ਇਹਨੂੰ ਤ੍ਰਿਭੁਜ ਆਕਾਰ ਮੰਨਿਆ ਗਿਆ। ਅਤੇ ਇਹਦੇ ਵਿੱਚ ਨਦੀਆਂ ਫਿਰ ਆਪਾਂ ਦੇਖਦੇ ਹਾਂ ਜਿਹੜੀ ਮਾਂਡਾ ਆਪਣਾ JK ਜੰਮੂ ਕਸ਼ਮੀਰ ਦਾ। ਇੱਥੇ ਜਿਹੜੀ ਨਦੀ ਮਿਲਦੀ ਹੈ ਉਹ ਹੈਗੀ ਹੈ ਚਨਾਬ। ਫਿਰ ਜੇਕਰ ਆਪਾਂ ਦੱਖਣ ਦੇ ਵਿੱਚ ਦੇਖੀਏ ਤਾਂ ਗੋਦਾਵਰੀ ਨਦੀ। ਮਹਾਰਾਸ਼ਟਰ ਦੇ ਵਿੱਚ ਦੈਮਾਬਾਦ ਇੱਥੇ ਸਥਲ ਹੈ। ਅਤੇ ਜੇਕਰ ਆਪਾਂ ਪੂਰਬ ਦੇ ਵਿੱਚ ਦੇਖੀਏ ਹਿੰਡਨ ਨਦੀ UP ਦੇ ਵਿੱਚ ਆਲਮਗੀਰਪੁਰ ਦੇ ਵਿੱਚ। ਅਤੇ ਇੱਧਰ ਦਾਸ਼ਕ ਨਦੀ ਹੈ ਜਿਹੜਾ ਬਲੋਚਿਸਤਾਨ ਦੇ ਵਿੱਚ ਹੈ। ਲਗਭਗ ਇਹ ਸਾਰੇ ਸੁਤਕਾਂਗੇ ਡੋਰ ਇੱਥੋਂ ਆਪਾਂ ਨੂੰ ਪ੍ਰਾਪਤ ਹੋਇਆ। ਤਾਂ ਇਹ ਸਾਰੀਆਂ ਚੀਜ਼ਾਂ ਨੇ ਵੀ ਲਗਭਗ ਆਪਾਂ ਨੂੰ ਪ੍ਰਾਪਤ ਹੁੰਦੀਆਂ ਨੇ ਵੀ ਇੱਥੇ ਇੱਕ ਤ੍ਰਿਭੁਜ ਆਕਾਰ ਦਾ ਜਿਹੜਾ ਹੈ ਖੇਤਰ ਦਾ ਨਿਰਮਾਣ ਸਿੰਧੂ ਘਾਟੀ ਸੱਭਿਅਤਾ ਦੇ ਵਿੱਚ ਕੀਤਾ ਗਿਆ। ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ ਆਪਾਂ ਕਾਫੀ ਸਾਰੀਆਂ ਚੀਜ਼ਾਂ ਨੇ ਵੀ ਭਾਰਤ ਤੋਂ ਬਾਹਰ ਵੀ ਇਸ ਦੇ ਸਥਲ ਪ੍ਰਾਪਤ ਹੋਏ ਨੇਗੇ। ਤਾਂ ਅਫਗਾਨਿਸਤਾਨ ਦੇ ਵਿੱਚ 2 ਸਥਲ ਪ੍ਰਾਪਤ ਹੋਏ ਨੇਗੇ। ਉਹ ਨੇਗੇ ਆਪਣੇ ਮੁੰਡੀ ਗਾਕ
ਤੇ ਆਪਣਾ ਸੁਰਤ ਗੋਈ। ਸੁਰਤ ਗੋਈ ਤੇ ਕਾਫੀ ਜਿਹੜੀਆਂ ਚੀਜ਼ਾਂ ਨੇ ਆਪਾਂ ਫਿਰ ਜਿਹੜੀ ਅਗਲੀ ਡਿਸਕਸ਼ਨ ਹੈ ਇਹਦੀ ਕਰਾਂਗੇ ਆਪਣਾ ਨੈਕਸਟ ਵੀਡੀਓ ਦੇ ਵਿੱਚ। ਤਾਂ ਅਗਲਾ ਪਾਰਟ ਦੇਖਣ ਦੇ ਲਈ ਸਾਡੇ ਨਾਲ ਬਣੇ ਰਹਿਣਾ ਤੇ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਲੋਕਾਂ ਨੂੰ ਆਪਣੇ ਚੈਨਲ ਤੱਕ ਲੈ ਕੇ ਆਓ ਤੇ ਆਪਣੇ ਗਰੁੱਪ ਦੇ ਵਿੱਚ ਜੋੜੋ ਤਾਂ ਜੋ ਉਹਨਾਂ ਬੱਚਿਆਂ ਦਾ ਵੀ ਫਾਇਦਾ ਹੋ ਸਕੇ ਜੋ ਕੋਚਿੰਗ ਸੈਂਟਰ ਤੱਕ ਨਹੀਂ ਜਾ ਸਕਦੇ। ਧੰਨਵਾਦ ਸਾਰਿਆਂ ਦਾ।